ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟਲ ਇੰਡੀਆ ਤੋਂ। ਅੱਜ ਆਪਾਂ ਗੱਲ ਕਰਾਂਗੇ ਟੂਰਿਸਟ ਵੀਜ਼ਾ ਅਪਲਾਈ ਕਰਨ ਦੇ ਤਰੀਕੇ ਬਾਰੇ। ਭਾਵੇਂ ਕੋਈ ਵੀ ਕੰਟਰੀ ਹੋਵੇ, ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਵੇਂ ਵੀਜ਼ਾ ਅਪਲਾਈ ਕਰ ਸਕਦੇ ਹੋ, ਕਿਹੜੇ ਤਰੀਕੇ ਨਾਲ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ, ਕਿਹੜੀਆਂ ਤੁਸੀਂ ਜਿਹੜੀਆਂ ਚੀਜ਼ਾਂ ਦੇ ਸਕਦੇ ਹੋ, ਯਾਨੀ ਕਿ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਲਾ ਸਕਦੇ ਹੋ ਜਿਸ ਕਰਕੇ ਤੁਹਾਡਾ ਵੀਜ਼ਾ ਆਵੇ, ਵੀਜ਼ਾ ਰਿਜੈਕਟ ਨਾ ਹੋਵੇ। ਕਿਉਂਕਿ ਆਮ ਤੌਰ 'ਤੇ ਹੁੰਦਾ ਕਿ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਵੀਜ਼ਾ ਕਿਵੇਂ ਅਪਲਾਈ ਕੀਤਾ ਜਾਂਦਾ ਹੈ, ਕਿਹੜੇ ਕਿਹੜੇ ਪੇਪਰਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਔਰ ਇਸੇ ਕਰਕੇ ਹੀ ਆਪਾਂ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ ਅਤੇ ਸ਼ੋਸ਼ਣ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ ਅਤੇ ਆਪਣਾ ਵੀਜ਼ਾ ਵੀ ਨਹੀਂ ਲੱਗਦਾ ਹੈਗਾ। ਸੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹਨਾਂ ਲੋਕਾਂ ਨੂੰ ਵੀਜ਼ਾ ਮਿਲਦਾ ਹੈਗਾ, ਕਿਹਨਾਂ ਨੂੰ ਨਹੀਂ ਮਿਲਦਾ ਹੈ। ਦੋਸਤੋ, ਵੀਜ਼ਾ ਉਹਨਾਂ ਲੋਕਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੀ ਪ੍ਰੋਫਾਈਲ ਚੰਗੀ ਹੁੰਦੀ ਹੈਗੀ ਹੈ। ਪ੍ਰੋਫਾਈਲ ਕੀ ਹੁੰਦੀ ਹੈ? ਤੁਹਾਡਾ ਕੰਮਕਾਰ। ਜੇਕਰ ਤੁਹਾਡੇ ਕੋਲ ਕੰਮਕਾਰ ਦਾ ਵਧੀਆ ਪ੍ਰੂਫ ਹੈ, ਤੁਹਾਡੇ ਕੋਲ ਇਨਕਮ ਦਾ ਵਧੀਆ ਪ੍ਰੂਫ ਤੁਸੀਂ ਦਿਖਾ ਸਕਦੇ ਹੋ, ਤੁਹਾਡੇ ਕੋਲ ਪ੍ਰੋਪਰ ਫੰਡ ਹੈਗੇ ਨੇ, ਠੀਕ ਹੈ ਜੀ, ਤੁਹਾਡੇ ਕੋਲ ਕੋਈ ਟਰੈਵਲ ਹਿਸਟਰੀ ਵਗੈਰਾ ਹੈਗੀ ਹੈ, ਠੀਕ ਹੈ ਜੀ, ਯਾਨੀ ਕਿ ਤੁਹਾਡੇ ਕੋਲ ਉਹ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਤੋਂ ਇਹ ਲੱਗਦਾ ਹੋਵੇ ਕਿ ਤੁਸੀਂ ਇੱਥੇ ਵੈਲ ਸੈਟਲ ਹੈਗੇ ਹੋ ਇੰਡੀਆ ਦੇ ਵਿੱਚ ਔਰ ਤੁਸੀਂ ਵਾਪਸ ਮੁੜ ਕੇ ਆਉਂਗੇ। ਵੀਜ਼ਾ ਉਸੇ ਬੰਦੇ ਨੂੰ ਅੰਬੈਸੀ ਦਿੰਦੀ ਹੈ ਜਿਹਦੀ ਇਸ ਚੀਜ਼ ਦੀ ਗਰੰਟੀ ਹੋਵੇ ਕਿ ਇਹ ਬੰਦਾ ਵਾਪਸ ਮੁੜ ਕੇ ਆਊਗਾ। ਅਤੇ ਵਾਪਸ ਕਿਹੜਾ ਬੰਦਾ ਮੁੜਦਾ ਹੁੰਦਾ ਹੈ? ਜਿਹੜਾ ਵੈਲ ਸੈਟਲ ਹੋਵੇ ਇੰਡੀਆ 'ਚ। ਸੋ ਤੁਸੀਂ ਕਾਗਜ਼ਾਂ ਦੇ ਤੌਰ 'ਤੇ ਆਪਣੇ ਆਪ ਨੂੰ ਵੈਲ ਸੈਟਲ ਦਿਖਾਉਣਾ ਹੈ। ਅੰਬੈਸੀ ਕਦੇ ਵੀ ਜਵਾਨੀ ਕਲਾਮੀ ਨਹੀਂ ਚੱਲਦੀ ਹੁੰਦੀ। ਤੁਸੀਂ ਕਹਿ ਦਿਓਗੇ ਜੀ ਮੇਰੀ 10 ਲੱਖ ਦੀ ਇਨਕਮ ਹੈ, ਅੰਬੈਸੀ ਨੇ ਨਹੀਂ ਮੰਨਣੀ। ਤੁਹਾਡੀ ਜਿਹੜੀ ਇਨਕਮ ਹੈ ਉਹ ਕਾਗਜ਼ਾਂ ਦੇ ਉੱਪਰ ਦਿਖਣੀ ਚਾਹੀਦੀ ਹੈ। ਇੰਡੀਆ 'ਚ ਆਪਣੇ ਕੋਲ ਹੁੰਦਾ ਕੀ ਹੈ? ਆਪਣੇ ਕੋਲ ਸਾਰਾ ਕੁਛ ਹੁੰਦਾ ਹੈ, ਆਪਣੀ ਇਨਕਮ ਵੀ ਚੰਗੀ ਹੁੰਦੀ ਹੈ, ਆਪਣੇ ਕੋਲ ਫੰਡ ਵੀ ਪਏ ਹੁੰਦੇ ਨੇ, ਪਰ ਉਹ ਕਾਗਜ਼ਾਂ 'ਤੇ ਨਹੀਂ ਦਿਖਦੇ, ਠੀਕ ਹੈ। ਹੁਣ ਫਰਜ਼ ਕਰੋ ਕਿਸੇ ਬੰਦੇ ਕੋਲ 10 ਕਿੱਲੇ ਜ਼ਮੀਨ ਹੈ, ਉਹਨੇ ਠੇਕੇ ਦਿੱਤੀ ਹੋਈ ਹੈ, ਉਹਦੀ ਇਨਕਮ ਤਾਂ ਹੈਗੀ ਹੈ, ਜੇ 50,000 ਨੂੰ ਵੀ ਠੇਕਾ ਆਉਂਦਾ ਤਾਂ 5 ਲੱਖ ਦੀ ਇਨਕਮ ਸਾਲ ਦੀ ਹੈਗੀ ਹੈ, ਪਰ ਉਹ ਕਾਗਜ਼ਾਂ 'ਤੇ ਨਹੀਂ ਕਿਤੇ ਹੈਗੀ ਹੈ ਨਾ, ਤੁਸੀਂ ਪ੍ਰੂਫ ਨਹੀਂ ਕਰ ਪਾ ਰਹੇ ਉਹਨੂੰ। ਐਵੇਂ ਹੀ ਹੁਣ ਕੋਈ ਬੰਦਾ ਬਿਜ਼ਨਸ ਕਰਦਾ, ਉਹ ITR ਨਹੀਂ ਭਰਦਾ, ਠੀਕ ਹੈ, ਬਿਜ਼ਨਸ ਦਾ ਕੋਈ ਪ੍ਰੂਫ ਨਹੀਂ ਹੁੰਦਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਤੁਸੀਂ ਤੁਹਾਡੇ ਕੋਲ ਜਿਹੜੇ ਪੇਪਰ ਪੂਰੇ ਹੋਣੇ ਚਾਹੀਦੇ ਨੇ, ਪੇਪਰ ਵਧੀਆ ਹੋਣੇ ਚਾਹੀਦੇ ਨੇ। ਜੋ ਤੁਹਾਡੇ ਕੋਲ ਹੈਗਾ ਉਹਨੂੰ ਤੁਸੀਂ ਪੇਪਰ 'ਤੇ ਦਿਖਾਉਣਾ ਹੁੰਦਾ ਹੈਗਾ। ਜੇਕਰ ਤੁਸੀਂ ਪੇਪਰ 'ਤੇ ਦਿਖਾ ਦਿੰਦੇ ਹੋ ਤਾਂ ਵੀਜ਼ਾ ਮਿਲ ਜਾਂਦਾ ਹੈ, ਜੇ ਪੇਪਰ 'ਤੇ ਤੁਸੀਂ ਨਹੀਂ ਦਿਖਾਉਂਦੇ ਤਾਂ ਵੀਜ਼ਾ ਜਿਹੜਾ ਤੁਹਾਨੂੰ ਨਹੀਂ ਮਿਲਦਾ ਹੈ। ਸੋ ਜਿਹੜਾ ਬੰਦਾ ਕੋਈ ਬਿਜ਼ਨਸ ਕਰਦਾ, ਭਾਵੇਂ ਕੋਈ ਛੋਟਾ ਮੋਟਾ ਕੰਮ ਹੀ ਕਰਦਾ ਹੈ, ਠੀਕ ਹੈ, ਉਹਨੂੰ ਉਹ ਪੇਪਰਾਂ 'ਤੇ ਦਿਖਾਉਣਾ ਜ਼ਰੂਰੀ ਹੁੰਦਾ ਹੈ। ਫਰਜ਼ ਕਰੋ ਤੁਹਾਡੀ ਪਿੰਡ 'ਚ ਤੁਹਾਡੀ ਆਟਾ ਚੱਕੀ ਹੈ, ਤੁਹਾਡੀ ਕੋਈ ਵਰਕਸ਼ਾਪ ਹੈਗੀ ਹੈ, ਤੁਸੀਂ ਕੋਈ ਕਰਿਆਨੇ ਦਾ ਕੰਮ ਕਰਦੇ ਹੋ, ਤੁਹਾਡੀ ਕੋਈ ਕਰਿਆਨਾ ਸਟੋਰ ਹੈ, ਕੋਈ ਸਵੀਟ ਸ਼ਾਪ ਹੈ, ਕੋਈ ਕੱਪੜੇ ਦੁਕਾਨ ਹੈ, ਕੋਈ ਵੀ ਬਿਜ਼ਨਸ ਤੁਹਾਡਾ ਹੈਗਾ। ਸੋ ਬਿਜ਼ਨਸ ਤੁਹਾਡਾ ਕਾਗਜ਼ਾਂ 'ਤੇ ਦਿਖਣਾ ਚਾਹੀਦਾ ਹੈ। ਤੁਹਾਡਾ ਬਿਜ਼ਨਸ ਰਜਿਸਟਰਡ ਹੋਵੇ। ਬਹੁਤ ਸਾਰੇ ਪਲੇਟਫਾਰਮ ਨੇ ਜਿੱਥੇ ਤੁਸੀਂ ਆਪਦਾ ਬਿਜ਼ਨਸ ਰਜਿਸਟਰ ਕਰ ਸਕਦੇ ਹੋ। ਔਰ ਅੱਜ ਕੱਲ੍ਹ ਦਾ ਔਨਲਾਈਨ ਦਾ ਟਾਈਮ ਹੈ, ਜ਼ਮਾਨਾ ਔਨਲਾਈਨ ਦਾ ਹੈ। ਸੋ ਤੁਹਾਡਾ ਜਿਹੜਾ ਬਿਜ਼ਨਸ ਹੈ ਗੂਗਲ 'ਤੇ ਕਿਤੇ ਨਾ ਕਿਤੇ ਦਿਖਣਾ ਚਾਹੀਦਾ ਹੈ, ਭਾਵੇਂ ਗੂਗਲ 'ਤੇ ਹੋਵੇ, ਭਾਵੇਂ ਤੁਹਾਡੀ ਵੈਬਸਾਈਟ ਬਣੀ ਹੋਈ ਹੋਵੇ ਜਾਂ ਕੁਛ ਹੋਰ ਚੀਜ਼ਾਂ ਹੋਣ। ਸੋ ਬਿਜ਼ਨਸ ਰਜਿਸਟਰਡ ਹੋਵੇ, ITR ਭਰੀ ਹੋਈ ਹੋਵੇ, ਬੈਂਕ ਸਟੇਟਮੈਂਟ ਹੋਵੇ, ਪ੍ਰੋਪਰਟੀ ਦੀ ਵੈਲਿਊਏਸ਼ਨ ਹੋਵੇ, ਠੀਕ ਹੈ ਜੀ, ਫੰਡ ਹੋਣ। ਇਹ ਬਿਜ਼ਨਸਮੈਨ ਨੂੰ ਪੇਪਰ ਚਾਹੀਦੇ ਨੇ। ਜੇ ਤੁਸੀਂ ਜੋਬ ਕਰਦੇ ਹੋ, ਤੁਹਾਡੀ ਜੋਬ ਆਫਰ, ਜੋਬ ਲੈਟਰ ਜਾਂ ਕੰਟਰੈਕਟ ਲੈਟਰ ਹੋਵੇ ਤੁਹਾਡਾ। ਜਿਹੜੇ ਅਕਾਊਂਟ ਸੈਲਰੀ ਹੈ ਉਹਦੀ ਸਟੇਟਮੈਂਟ ਸੈਲਰੀ ਅਕਾਊਂਟ 'ਚ ਆਉਣੀ ਚਾਹੀਦੀ ਹੈਗੀ ਹੈ। ਲੀਵ ਲੈਟਰ ਹੋਵੇ, ITR ਹੋਵੇ, ਤੁਹਾਡਾ ਪਾਸਪੋਰਟ ਦੀ ਕਾਪੀ ਹੋਵੇ। ਜੇ ਤੁਸੀਂ ਮੈਰਿਡ ਹੈਗੇ ਹੋ, ਭਾਵੇਂ ਤੁਹਾਡੀ ਕੋਈ ਪ੍ਰੋਫਾਈਲ ਹੈ, ਤੁਹਾਡੇ ਕੋਲ ਬੱਚਿਆਂ ਦਾ ਬੋਨਾਫਾਈਡ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਬੋਨਾਫਾਈਡ ਕਿਉਂ ਜ਼ਰੂਰੀ ਹੈ? ਕਿਉਂਕਿ ਬੋਨਾਫਾਈਡ ਤੋਂ ਇਹ ਹੁੰਦਾ ਹੈ ਕਿ ਤੁਸੀਂ ਵੈਲ ਸੈਟਲ ਹੋ, ਤੁਹਾਡੇ ਕੋਲ ਇਨਕਮ ਦਾ ਸਾਧਨ ਵਧੀਆ ਹੈ, ਤੁਹਾਡੇ ਬੱਚੇ ਵਧੀਆ ਸਕੂਲਾਂ 'ਚ ਪੜ੍ਹਦੇ ਨੇ ਔਰ ਤੁਸੀਂ ਵਾਪਸ ਮੁੜ ਕੇ ਆਉਂਗੇ। ਇਸੇ ਤਰ੍ਹਾਂ ਹੀ ਖੇਤੀ ਕਰਨ ਵਾਲਾ ਬੰਦਾ ਆਪਦੇ ਜੇ ਫਾਰਮ ਦਿਖਾ ਸਕਦਾ, ਆਪਦੀ ਜ਼ਮੀਨ ਦੀ ਫਰਦ ਦਿਖਾ ਸਕਦਾ ਹੈ, ਵੈਲਿਊਏਸ਼ਨ ਦਿਖਾ ਸਕਦਾ, ਫੰਡ ਦਿਖਾ ਸਕਦਾ ਹੈਗਾ। ਸੋ ਕੁੱਲ ਮਿਲਾ ਕੇ ਮੇਰੇ ਕਹਿਣ ਦਾ ਮਕਸਦ ਕੀ ਹੈ, ਮੇਰੇ ਦੱਸਣ ਦਾ ਜਿਹੜਾ ਮੇਨ ਮਕਸਦ ਇਹੀ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਹੜੇ ਕਿਹੜੇ ਪੇਪਰ ਦਿਖਾਉਣੇ ਨੇ ਤਾਂ ਕਿ ਤੁਹਾਨੂੰ ਵੀਜ਼ੇ ਦੇ ਵਿੱਚ ਕੋਈ ਦਿੱਕਤ ਨਾ ਆਵੇ। ਔਰ ਜੇਕਰ ਤੁਹਾਨੂੰ ਪੇਪਰਾਂ ਦਾ ਦੋਸਤੋ ਪਤਾ ਹੈ ਤਾਂ ਤੁਸੀਂ ਖੁਦ ਵੀ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਤੁਹਾਨੂੰ ਕਿਤੇ ਕਿਸੇ ਏਜੰਟ ਕੋਲ ਜਾਣ ਦੀ ਜ਼ਰੂਰਤ ਨਹੀਂ, ਆਪਦੇ ਪੈਸੇ ਖਰਾਬ ਕਰਨ ਦੀ ਜਿਹੜੀ ਜ਼ਰੂਰਤ ਨਹੀਂ ਹੁੰਦੀ। ਤੁਸੀਂ ਆਪ ਵੀ ਆਪਦਾ ਵੀਜ਼ਾ ਜਿਹੜਾ ਹੈਗਾ ਜੀ ਉਹ ਕਰਾ ਸਕਦੇ ਹੋ, ਪਰ ਪ੍ਰੋਪਰ ਪੇਪਰ ਤੁਹਾਡੇ ਕੋਲ ਹੋਣ। ਕਿਉਂਕਿ ਜਿਹੜਾ ਵੀਜ਼ਾ ਹੈ ਨਾ ਉਹ ਗੱਲਾਂ ਨਾਲ ਨਹੀਂ ਆਉਂਦਾ ਹੁੰਦਾ ਹੈ, ਤੁਹਾਡੇ ਪੇਪਰਾਂ 'ਤੇ ਆਉਂਦਾ ਹੁੰਦਾ। ਔਰ ਦੂਜਾ, ਤੁਹਾਨੂੰ ਆਪਣੀ ਕਿਸਮਤ 'ਤੇ ਆਪਦੇ ਰੱਬ 'ਤੇ ਜ਼ਰੂਰ ਵਿਸ਼ਵਾਸ ਹੋਣਾ ਚਾਹੀਦਾ ਹੈ
ਕਿਉਂਕਿ ਜਿਹੜਾ ਵੀਜ਼ਾ ਹੈ ਨਾ ਦੋਸਤੋ, ਉਹ ਪੇਪਰਾਂ ਦੇ ਨਾਲ ਨਾਲ ਤੁਹਾਡੀ ਕਿਸਮਤ 'ਤੇ ਵੀ ਡਿਪੈਂਡ ਕਰਦਾ ਹੈ। ਕਈ ਵਾਰੀ ਤੁਹਾਡੇ ਕੋਲ ਕੁਛ ਵੀ ਨਹੀਂ ਹੁੰਦਾ ਤਾਂ ਵੀ ਤੁਹਾਡਾ ਵੀਜ਼ਾ ਆ ਜਾਂਦਾ ਹੈ, ਅਤੇ ਕਈ ਵਾਰੀ ਤੁਹਾਡੇ ਕੋਲ ਬਹੁਤ ਕੁਛ ਹੋਣ ਤੋਂ ਬਾਵਜੂਦ ਵੀ ਵੀਜ਼ਾ ਨਹੀਂ ਆਉਂਦਾ। ਸੋ ਕਿਤੇ ਨਾ ਕਿਤੇ ਲੱਕ ਜਿਹੜਾ ਹੈਗਾ ਨਾ ਉਹ ਬਹੁਤ ਕੰਮ ਕਰਦਾ, ਤੁਹਾਡੀ ਕਿਸਮਤ ਬਹੁਤ ਕੰਮ ਕਰਦੀ ਹੈਗੀ ਹੈ। ਸੋ ਇਹਨਾਂ ਗੱਲਾਂ ਦਾ ਤੁਹਾਨੂੰ ਜਿਹੜਾ ਹੈਗਾ ਦੋਸਤੋ ਧਿਆਨ ਰੱਖਣਾ ਚਾਹੀਦਾ ਹੈ। ਪ੍ਰੋਪਰ ਆਪਣੇ ਪੇਪਰ ਲਾਓ, ਪ੍ਰੋਪਰ ਆਪਣੀ ਫਾਈਲ ਬਣਾਓ, ਔਰ ਜੇ ਤੁਸੀਂ ਆਪ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ। ਜੇ ਆਪਾਂ ਆਪ ਅਪਲਾਈ ਨਹੀਂ ਕਰ ਸਕਦੇ ਹੋ ਤਾਂ ਤੁਹਾਨੂੰ ਕੋਈ ਚੰਗਾ ਕੰਸਲਟੈਂਟ ਹਾਇਰ ਕਰਨਾ ਚਾਹੀਦਾ ਹੈ, ਠੀਕ ਹੈ। ਭਾਵੇਂ ਕੋਈ ਕੰਸਲਟੈਂਟ 2 ਰੁਪਏ ਫਾਲਤੂ ਮੰਗਦਾ ਹੋਵੇ, ਪਰ ਉਹਨੂੰ ਕੰਮ ਕਰਨਾ ਆਉਂਦਾ ਹੋਵੇ, ਉਸ ਬੰਦੇ ਤੋਂ ਅਪਲਾਈ ਕਰੋ। ਜੇ ਤੁਸੀਂ ਕਿਸੇ ਅਣਜਾਣ ਬੰਦੇ ਤੋਂ ਅਪਲਾਈ ਕਰੋਗੇ ਜਾਂ ਪੈਸੇ ਬਚਾਉਣ ਦੇ ਚੱਕਰ 'ਚ ਕਿਸੇ ਨਵੇਂ ਬੰਦੇ ਤੋਂ ਅਪਲਾਈ ਕਰੋਗੇ ਤਾਂ ਤੁਸੀਂ ਜਿਹੜੀ ਹੈਗੀ ਦੋਸਤੋ ਰਿਫਿਊਜ਼ਲ ਲੈ ਸਕਦੇ ਹੋ। ਸੋ ਤੁਸੀਂ ਆਪ ਦਾ ਧਿਆਨ ਰੱਖੋ, ਪ੍ਰੋਪਰ ਫਾਈਲ ਬਣਾਓ ਤਾਂ ਕਿ ਤੁਹਾਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਾ ਆਵੇ। ਸੋ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ। ਮੈਂ ਸਮੇਂ-ਸਮੇਂ ਤੁਹਾਨੂੰ ਗਾਈਡ ਕਰਦਾ ਰਹਿੰਦਾ। ਸੋ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਕੋਈ ਆਪਦਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ, ਅਪਲਾਈ ਕਰਨਾ ਚਾਹੁੰਦੇ ਹੋ, ਕੋਈ ਸਲਾਹ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਮੈਨੂੰ ਕਾਲ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।